ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਦੀ ਗੱਲ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਚਿੱਟੇ ਘੋੜੇ ਉੱਤੇ ਅਸਵਾਰ ਹੋ ਕੇ ਬਾਗ ਨੂੰ ਜਾ ਰਹੇ ਸਨ। ਉਹਨਾਂ ਦੇ ਹੱਥ ਵਿੱਚ ਬਾਜ ਸੀ। ਉਹਨਾਂ ਦੇ ਪਿੱਛੇ ਪਿੱਛੇ ਪ੍ਰੇਮੀ ਸਿੱਖ ਵਹੀਰਾ ਕੱਤੀ ਜਾ ਰਹੇ ਸਨ। ਇੱਕ ਗੁਰੂ ਦਾ ਸਿੱਖ ਭਾਈ ਹਰਪਾਲ ਜੀ ਵੀ ਗੁਰੂ ਜੀ ਦੇ ਨਾਲ ਸੀ। ਥੋੜ੍ਹੀ ਦੂਰ ਜਾ ਕੇ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਨਿਰਾਲਾ ਕੋਤਕ ਹੋਇਆ। ਉਹ ਕੋਤਕ ਸ਼ਹਿਦ ਚੋਜੀ ਪ੍ਰੀਤਮ ਮਹਿਰਾਂ ਦੇ ਦਾਤੇ ਗੁਰੂ ਜੀ ਨੇ ਆਪ ਹੀ ਰਚਿਆ ਸੀ। ਉਹ ਕੋਤਕ ਇਹ ਸੀ ਕਿ ਬਾਜ਼ਾਰ ਦੀ ਇੱਕ ਹੱਟੀ ਉੱਤੇ ਇੱਕ ਪੁਰਸ਼ ਇੱਕ ਤੋਤਾ ਲਈ ਖਲੋਤਾ ਸੀ। ਤੋਤਾ ਪਿੰਜਰੇ ਵਿੱਚ ਬੰਦ ਸੀ। ਪਿੰਜਰੇ ਵਿੱਚ ਬੰਦ ਤੋਤਾ ਤੋਤਲੀ ਜ਼ੁਬਾਨ ਨਾਲ ਬਹੁਤ ਗੱਲਾਂ ਕਰਦਾ ਤੇ ਰਾਮ ਨਾਮ ਦਾ ਸਿਮਰਨ ਕਰਦਾ ਸੀ, ਜਿਵੇਂ ਕਿ ਉਸਦੇ ਮਾਲਕ ਨੇ ਉਸ ਨੂੰ ਸਿਖਾਇਆ ਹੋਇਆ ਸੀ। ਚੋਖੇ ਲੋਕ ਇਕੱਠੇ ਹੋ ਕੇ ਤੋਤੇ ਦੀਆਂ ਗੱਲਾਂ ਸੁਣ ਸੁਣ ਕੇ ਖੁਸ਼ ਹੋ ਰਹੇ ਸਨ। ਉਹਨਾਂ ਦੇ ਲਾਗੇ ਜਾ ਕੇ ਗੁਰੂ ਜੀ ਦਾ ਘੋੜਾ ਅਟਕ ਗਿਆ। ਗੁਰੂ ਜੀ ਨੇ ਤੋਤੇ ਵੱਲ ਵੇਖਿਆ। ਗੁਰੂ ਜੀ ਨੂੰ ਦੇਖ ਕੇ ਤੋਤਾ ਬੋਲਿਆ, ਰਾਮ ਰਾਮ। ਗੁਰੂ ਜੀ ਰਾਮ ਰਾਮ। ਤੋਤੇ ਦੀ ਜ਼ੁਬਾਨੋਂ ਰਾਮ ਸ਼ਬਦ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਸਹਿਜ ਸੁਭਾਅ ਬੋਲੇ, ਤੋਤੇ ਨੂੰ ਚੰਗਾ ਸਬਕ ਪੜ੍ਹਾਇਆ ਹੈ। ਗੁਰੂ ਦੇ ਸਿੱਖ ਨਾਲ ਸਨ। ਬਹੁਤ ਨੇੜੇ ਖਲੋਤੇ ਸਿੱਖਾਂ ਨੇ ਇਹ ਵਾਕ ਸੁਣਿਆ। ਦੋ ਸਿੱਖਾਂ ਨੇ ਪ੍ਰਤੀਤ ਕੀਤਾ ਕਿ ਗੁਰੂ ਜੀ ਇਸ ਤੋਤੇ ਨੂੰ ਖਰੀਦਣਾ ਚਾਹੁੰਦੇ ਹਨ। ਇੱਕ ਸਿੱਖ ਨੇ ਬੇਨਤੀ ਕੀਤੀ, ਗੁਰੂ ਜੀ, ਕਿ ਇਹ ਤੋਤਾ ਆਪ ਵਾਸਤੇ ਹਾਸਲ ਕੀਤਾ ਜਾਵੇ। ਸਿੱਖ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਕੋਈ ਐਨੀ ਲੋੜ ਤਾਂ ਨਹੀਂ ਜਾਪਦੀ। ਮਾਸੂਮ ਪੰਛੀ ਪਿੰਜਰੇ ਵਿੱਚ ਕੈਦ ਰੱਖਣਾ ਯੋਗ ਨਹੀਂ, ਪਰ ਜੇ ਮਿਲ ਜਾਵੇ ਤਾਂ ਹਰਜ ਵੀ ਕੋਈ ਨਹੀਂ। ਇਹ ਆਖ ਕੇ ਗੁਰੂ ਜੀ ਅੱਗੇ ਤੁਰ ਪਏ। ਉਹਨਾਂ ਦੇ ਨਾਲ ਸਿੱਖ ਸੰਗਤ ਅੱਗੇ ਤੁਰ ਪਈ, ਪਰ ਕਿਸੇ ਨੇ ਹੌਸਲਾ ਨਾ ਕੀਤਾ ਕਿ ਤੋਤੇ ਦਾ ਮੁੱਲ ਪੁੱਛਿਆ ਜਾਵੇ। ਪਰ ਸਿੱਦਕੀ ਸਿੱਖ ਭਾਈ ਹਰਪਾਲ ਜੀ ਅੱਗੇ ਨਾ ਤੁਰਿਆ। ਉਸਨੇ ਮਨ ਹੀ ਮਨ ਸੋਚਿਆ, ਗੁਰੂ ਜੀ ਤੋਤੇ ਨੂੰ ਪਸੰਦ ਕਰਦੇ ਹਨ। ਜੇ ਮੈਂ ਇਹ ਤੋਤਾ ਕਿਸੇ ਕੀਮਤ ਉੱਤੇ ਖਰੀਦ ਕੇ ਗੁਰੂ ਜੀ ਨੂੰ ਭੇਟ ਕਰ ਦੇਵਾਂ ਤਾਂ ਗੁਰੂ ਜੀ ਬਹੁਤ ਖੁਸ਼ ਹੋਣਗੇ। ਉਸ ਖੁਸ਼ੀ ਵਿੱਚ ਮੇਰੀ ਕਲਿਆਣ ਲੁਕੀ ਹੈ। ਇੱਕ ਤੋਤਾ ਮਾਮੂਲੀ ਚੀਜ਼ ਹੈ, ਗੁਰੂ ਵਾਸਤੇ ਜਾਨ ਤੱਕ ਵਾਰ ਦੇਣੀ ਚਾਹੀਦੀ ਹੈ। ਇਉਂ ਸੋਚਦਾ ਹੋਇਆ ਭਾਈ ਹਰਪਾਲ ਜੀ ਤੋਤੇ ਵਾਲੇ ਦੇ ਨੇੜੇ ਹੋਇਆ ਅਤੇ ਉਸ ਨੂੰ ਪੁੱਛਣ ਲੱਗਾ, ਭਾਈ ਜੀ, ਇਹ ਤੋਤਾ ਵੇਚ ਸਕਦਾ ਹੈ? ਤੋਤੇ ਵਾਲੇ ਨੇ ਅੱਗੋਂ ਉੱਤਰ ਦਿੱਤਾ, ਹਾਂ ਜੀ, ਵੇਚ ਸਕਦਾ ਹਾਂ, ਜੇ ਕੋਈ ਇਸ ਦਾ ਗਾਹਕ ਲੱਭ ਪਵੇ ਤਾਂ। ਅਤੇ ਨਾਲ ਹੀ ਗੁਰੂ ਦੇ ਸਿੱਖ ਵੱਲ ਸਿਰ ਤੋਂ ਪੈਰਾਂ ਤੱਕ ਦੇਖਿਆ। ਉਸਨੇ ਇਹ ਵੀ ਸੁਣਿਆ ਹੋਇਆ ਸੀ ਕਿ ਗੁਰੂ ਜੀ ਵਾਸਤੇ ਚੀਜ਼ਾਂ ਖਰੀਦਣ ਲਈ ਗੁਰੂ ਦੇ ਸਿੱਖ ਭਾਰੀ ਕੀਮਤਾਂ ਦੇ ਜਾਂਦੇ ਹਨ। ਉਹ ਵਿਅੰਗ ਨਾਲ ਆਖੀ ਗਿਆ, ਵੇਚਣਾ ਤਾਂ ਹੈ, ਪਰ ਜੇ ਯੋਗ ਕੀਮਤ ਕੋਈ ਦੇਵੇ ਤਾਂ। ਐਵੇਂ ਸੁੱਟਣ ਵਾਲਾ ਪੰਛੀ ਨਹੀਂ। ਤੁਸੀਂ ਕੀ ਇਸ ਦੀ ਕੀਮਤ ਦੇਵੋਗੇ? ਭਾਈ ਹਰਪਾਲ ਜੀ ਨੇ ਉੱਤਰ ਦਿੱਤਾ, ਇਹ ਤੋਤਾ ਮੈਂ ਸਤਿਗੁਰਾਂ ਵਾਸਤੇ ਖਰੀਦਣਾ ਚਾਹੁੰਦਾ ਹਾਂ। ਇਹ ਤੋਤਾ ਗੁਰੂ ਜੀ ਨੂੰ ਪਿਆਰਾ ਲੱਗਾ ਹੈ। ਮੰਗ ਲੈ, ਜੋ ਕੀਮਤ ਮੰਗੇਗਾ ਸੋ ਦੇਵਾਂਗਾ, ਪਰ ਤੋਤਾ ਜ਼ਰੂਰ ਖਰੀਦਾਂਗਾ। ਤੋਤੇ ਵਾਲਾ ਮਹਾਂਪਾਪੀ ਤੇ ਚਲਾਕ ਵਿਅਕਤੀ ਸੀ। ਬੁਰਾਈ ਕਰਨ ਤੋਂ ਡਰਦਾ ਨਹੀਂ ਸੀ। ਉਸਨੇ ਚਾਹਿਆ ਕਿ ਸਿੱਖ ਦੇ ਅੱਗੇ ਵੱਡੀ ਤੋਂ ਵੱਡੀ ਕੀਮਤ ਰੱਖੇ। ਪਹਿਲਾਂ ਤਾਂ ਪੈਸਿਆਂ ਬਾਰੇ ਸੋਚਦਾ ਰਿਹਾ। ਪੈਸਿਆਂ ਤੇ ਸੋਨੇ ਚਾਂਦੀ ਨੂੰ ਕੋਈ ਬਹੁਤ ਚੰਗਾ ਨਾ ਜਾਣ ਕੇ ਉਸਨੇ ਕੁਝ ਹੋਰ ਹੀ ਸੋਚਿਆ। ਸੋਚ ਕੇ ਭਾਈ ਹਰਪਾਲ ਨੂੰ ਆਖਣ ਲੱਗਾ, ਵੇਖ ਭਾਈ, ਮਖੌਲ ਨਾ ਸਮਝੀ, ਗੁੱਸਾ ਨਾ ਕਰੀ। ਇਹ ਤੋਤਾ ਮੈਨੂੰ ਬਹੁਤ ਪਿਆਰਾ ਹੈ। ਪਿਆਰੇ ਨੂੰ ਹੱਥੋਂ ਤਾਂ ਹੀ ਛੱਡ ਸਕਦਾ ਹਾਂ ਜੇ ਇਸ ਨਾਲੋਂ ਚੰਗੀ ਵਸਤੂ ਮਿਲੇ। ਇਹ ਰਾਤ ਨੂੰ ਮੈਨੂੰ ਬਚਨ ਸੁਣਾਉਂਦਾ ਹੈ ਤੇ ਮੇਰਾ ਦਿਲ ਬਹਿਲਾਉਂਦਾ ਹੈ। ਮੈਂ ਚਾਹੁੰਦਾ ਹਾਂ ਜੇ ਤੂੰ ਆਪਣੀ ਭੈਣ ਜੋ ਅਜੇ ਕੁਆਰੀ ਹੈ ਇਸ ਤੋਤੇ ਦੇ ਵਟਾਂਦਰੇ ਵਿੱਚ ਕੀਮਤ ਸਮਝ ਕੇ ਲਿਆ ਦੇਵੇ ਤਾਂ ਇਹ ਤੋਤਾ ਮੈਂ ਦੇ ਸਕਦਾ ਹਾਂ। ਤੋਤੇ ਵਾਲੇ ਨੇ, ਮੂਰਖ ਨੇ ਇਹ ਮਹਾਨ ਨਿਰਾਦਰੀ ਦੇ ਸ਼ਬਦ ਜ਼ੁਬਾਨੋਂ ਆਖੇ, ਜਿਨ੍ਹਾਂ ਵਾਕਾਂ ਨੂੰ ਸੁਣ ਕੇ ਕੋਈ ਸਮਝਦਾਰ ਪੁਰਸ਼ ਨਹੀਂ ਰਹਿ ਸਕਦਾ। ਕ੍ਰੋਧ ਨਾਲ ਲਾਲ ਪੀਲਾ ਹੋ ਜਾਂਦਾ। ਪਰ ਗੁਰੂ ਦਾ ਸਿੱਦਕੀ ਸਿੱਖ
ਭਾਈ ਹਰਪਾਲ ਨਾ ਘਬਰਾਇਆ ਤੇ ਨਾ ਉਸਨੇ ਗੁੱਸਾ ਕੀਤਾ। ਉਹ ਤੋਤੇ ਵਾਲੇ ਨੂੰ ਹੱਥ ਜੋੜ ਕੇ ਆਖਣ ਲੱਗਾ, ਭਾਈ ਜੀ, ਹੁਣ ਇਸੇ ਬਚਨ ਉੱਤੇ ਕਾਇਮ ਰਹੀ। ਮੈਂ ਘਰ ਜਾਂਦਾ ਹਾਂ ਤੇ ਆਪਣੀ ਭੈਣ ਨੂੰ ਨਾਲ ਲਿਆਉਂਦਾ ਹਾਂ। ਮੇਰੇ ਧੰਨ ਭਾਗ, ਮੈਨੂੰ ਇਹ ਸੌਦਾ ਮਹਿੰਗਾ ਨਹੀਂ ਪਵੇਗਾ। ਮੇਰੇ ਸਤਿਗੁਰੂ ਤੋਤੇ ਨੂੰ ਦੇਖ ਕੇ ਬਹੁਤ ਆਨੰਦ ਹੋਣਗੇ। ਭਾਈ ਹਰਪਾਲ ਘਰ ਨੂੰ ਤੁਰ ਪਿਆ। ਤੋਤੇ ਵਾਲਾ ਹੱਸਣ ਲੱਗ ਪਿਆ। ਉਸਦੇ ਹਾਸੇ ਪਿੱਛੇ ਜੀਵਨ ਨਹੀਂ ਸੀ, ਸਗੋਂ ਹਨੇਰਾ ਤੇ ਮੌਤ ਸੀ। ਉਹ ਸਿੱਖ ਨੂੰ ਬੇਸਮਝ ਤੇ ਮੂਰਖ ਸਮਝ ਰਿਹਾ ਸੀ, ਪਰ ਸਿੱਖ ਗੁਰੂ ਦਾ ਪ੍ਰੇਮੀ ਸੀ। ਉਸ ਨੂੰ ਸਭ ਚੀਜ਼ਾਂ ਨਾਲੋਂ ਗੁਰੂ ਦੀ ਰਹਿਮਤ ਪਿਆਰੀ ਸੀ। ਭਾਈ ਹਰਪਾਲ ਘਰ ਅੱਪੜਿਆ। ਉਸ ਦਾ ਹਿਰਦਾ ਖੁਸ਼ੀ ਨਾਲ ਨੱਚ ਰਿਹਾ ਸੀ। ਉਸਨੇ ਆਪਣੀ ਮਾਤਾ ਅਤੇ ਪਤਨੀ ਅਤੇ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ। ਸਾਰੀ ਵਾਰਤਾ ਸੁਣਾ ਕੇ ਆਖਣ ਲੱਗਾ, ਆਖਰ ਪਿਆਰੀ ਭੈਣ ਨੂੰ ਕਿਸੇ ਨਾ ਕਿਸੇ ਲੜ ਲਾਉਣਾ ਹੈ। ਜੇ ਇਸੇ ਆਦਮੀ ਦੇ ਹਵਾਲੇ ਕਰ ਦਈਏ ਤਾਂ ਗੁਰੂ ਜੀ ਵਾਸਤੇ ਤੋਤਾ ਖਰੀਦ ਸਕਦੇ ਹਾਂ। ਸ਼ਾਇਦ ਮੇਰੇ ਚੋਜੀ ਪ੍ਰੀਤਮ ਨੇ ਇਮਤਿਹਾਨ ਲੈਣ ਵਾਸਤੇ ਹੀ ਤੋਤੇ ਵਾਲੇ ਦੀ ਜ਼ੁਬਾਨੋਂ ਇਹ ਮੰਗ ਮੰਗੀ ਹੈ। ਇਹ ਸੌਦਾ ਜ਼ਰੂਰ ਕਰਨਾ ਹੈ। ਭੈਣ ਨੂੰ ਮੇਰੇ ਨਾਲ ਖੁਸ਼ੀ-ਖੁਸ਼ੀ ਤੋਰੋ। ਇਹ ਸੁਣ ਕੇ ਭਾਈ ਹਰਪਾਲ ਦੀ ਮਾਤਾ ਨੇ ਆਪਣੀ ਬੇਟੀ ਨੂੰ ਤਿਆਰ ਕੀਤਾ। ਸਿਰ ਤੇ ਪਿਆਰ ਦੇ ਕੇ ਆਖਣ ਲੱਗੀ, ਜਾ ਬੇਟੀ, ਘਬਰਾਈ ਨਾ। ਜਿਵੇਂ ਲੇਖ ਵਿਧਾਤਾ ਨੇ ਲਿਖਿਆ ਹੈ, ਤਿਵੇਂ ਖਿੜੇ ਮੱਥੇ ਜੀਵਨ ਬਤੀਤ ਕਰੀ। ਤਨ ਮਨ ਧਨ ਸਭ ਸੱਚੇ ਸਤਿਗੁਰੂ ਦਾ ਹੈ। ਮੈਂ ਤੁਹਾਨੂੰ ਨਾ ਨਹੀਂ ਕਰ ਸਕਦੀ। ਭਾਈ ਹਰਪਾਲ ਭੈਣ ਨੂੰ ਨਾਲ ਲੈ ਕੇ ਤੋਤੇ ਵਾਲੇ ਕੋਲ ਪੁੱਜਿਆ। ਭਾਈ ਹਰਪਾਲ ਦੀ ਭੈਣ ਸੁੰਦਰ ਕੁਆਰੀ ਕੰਨਿਆ ਸੀ। ਉਸ ਦੀ ਉਮਰ ਅਜੇ 16ਵੇਂ ਸਾਲ ਵਿੱਚ ਸੀ। ਉਸ ਸੁੰਦਰ ਕੰਨਿਆ ਨੂੰ ਦੇਖ ਕੇ ਮੂਰਖ ਤੋਤੇ ਵਾਲੇ ਦਾ ਮਨ ਨਾ ਰੱਜਿਆ। ਉਹ ਅਜੇ ਵੀ ਖੁਸ਼ ਨਾ ਹੋਇਆ। ਉਸ ਨੇ ਹੱਸ ਕੇ ਭਾਈ ਹਰਪਾਲ ਨੂੰ ਆਖਿਆ, ਮੈਂ ਜ਼ੁਬਾਨ ਤਾਂ ਜ਼ਰੂਰ ਕੀਤੀ ਸੀ, ਪਰ ਤੇਰੇ ਜਾਣ ਪਿੱਛੋਂ ਮੈਨੂੰ ਮੇਰੀ ਭੁੱਲ ਦਾ ਗਿਆਨ ਹੋਇਆ। ਤੋਤੇ ਦਾ ਜੋ ਮੁੱਲ ਮੰਗਿਆ ਹੈ ਉਹ ਬਹੁਤ ਥੋੜ੍ਹਾ ਹੈ। ਆਪਣੀ ਇਸ ਭੈਣ ਨੂੰ ਵਾਪਸ ਲੈ ਜਾ। ਮੈਂ ਤੋਤਾ ਨਹੀਂ ਦੇਣਾ। ਇਹ ਤੋਤੇ ਦੇ ਮੁੱਲ ਦੀ ਨਹੀਂ। ਤੋਤੇ ਵਾਲੀ ਦੀ ਜ਼ੁਬਾਨੋਂ ਇਹ ਵਾਕ ਸੁਣ ਕੇ ਸਿੱਧਗੀ ਸਿੱਖ ਉਦਾਸ ਹੋ ਗਿਆ। ਉਹ ਹੱਥ ਜੋੜ ਕੇ ਆਖਣ ਲੱਗਾ, ਭਾਈ ਜੀ, ਤੂੰ ਜੋ ਮੁੱਲ ਮੰਗਿਆ ਹੈ ਮੈਂ ਹਾਜ਼ਰ ਕੀਤਾ। ਜੇ ਅਜੇ ਵੀ ਮਨ ਨਹੀਂ ਮੰਨਿਆ ਤਾਂ ਹੋਰ ਹੁਕਮ ਕਰ। ਕਿਹੜੀ ਚੀਜ਼ ਲੈਣੀ ਚਾਹੁੰਦਾ ਹੈ? ਤੋਤਾ ਮੈਨੂੰ ਜ਼ਰੂਰ ਬਖਸ਼। ਤੋਤੇ ਵਾਲੇ ਦਾ ਦੂਸਰਾ ਬਚਨ ਸੀ, ਅੱਛਾ, ਜੇ ਤੂੰ ਤੋਤਾ ਲੈਣਾ ਚਾਹੁੰਦਾ ਹੈ ਤਾਂ ਆਪਣੀ ਭੈਣ ਨੂੰ ਇੱਥੇ ਬੈਠੀ ਰਹਿਣ ਦੇ। ਘਰੇ ਜਾ ਕੇ ਆਪਣੀ ਬੇਟੀ ਨੂੰ ਵੀ ਲੈ ਆ। ਤੇਰੀ ਬੇਟੀ ਤੇ ਭੈਣ ਦੇ ਵਟਾਂਦਰੇ ਵਿੱਚ ਤੋਤਾ ਜ਼ਰੂਰ ਦੇ ਦੇਵਾਂਗਾ। ਫਿਰ ਤੋਤੇ ਦਾ ਮੁੱਲ ਪੂਰਾ ਪਵੇਗਾ। ਇਹ ਕੋੜੇ ਤੇ ਮਹਾਨ ਨਰਾਦਰੀ ਦੇ ਬਚਨ ਨੂੰ ਸੁਣ ਕੇ ਭਾਈ ਹਰਪਾਲ ਨਾ ਡੋਲਿਆ। ਉਹ ਸਿੱਧਕ ਵਿੱਚ ਕਾਇਮ ਰਿਹਾ ਤੇ ਉਸਨੇ ਤੋਤੇ ਦੀ ਇਹ ਸ਼ਰਤ ਵੀ ਮਨਜ਼ੂਰ ਕਰ ਲਈ। ਉਹ ਭੈਣ ਨੂੰ ਤੋਤੇ ਵਾਲੇ ਕੋਲ ਇਕੱਲੀ ਛੱਡ ਕੇ ਆਪਣੇ ਘਰ ਨੂੰ ਨੱਠ ਗਿਆ। ਘਰ ਪਹੁੰਚ ਕੇ ਆਪਣੀ ਮਾਤਾ ਤੇ ਇਸਤਰੀ ਨੂੰ ਜਾ ਆਖਿਆ, ਤੋਤੇ ਵਾਲਾ ਬੇਟੀ ਵੀ ਮੰਗਦਾ ਹੈ। ਬੇਟੀ ਨੂੰ ਤੋਰੋ। ਮੈਂ ਤੋਤਾ ਜ਼ਰੂਰ ਖਰੀਦਣਾ ਹੈ ਤੇ ਗੁਰੂ ਜੀ ਨੂੰ ਭੇਟਾ ਕਰਨਾ ਹੈ। ਹਰਪਾਲ ਦੀ ਜ਼ੁਬਾਨੋਂ ਇਹ ਸੁਣ ਕੇ ਭਾਈ ਹਰਪਾਲ ਦੀ ਮਾਤਾ ਨੇ ਉੱਤਰ ਦਿੱਤਾ, ਪੁੱਤਰ, ਖੁਸ਼ੀ ਨਾਲ ਆਪਣੀ ਬੇਟੀ ਨੂੰ ਨਾਲ ਲੈ ਜਾ। ਕੋਈ ਡਰ ਨਹੀਂ। ਸਭ ਕੁਝ ਗੁਰੂ ਦਾ ਹੈ। ਜਿਵੇਂ ਗੁਰੂ ਦੀ ਇੱਛਾ ਹੈ ਤਿਵੇਂ ਹੋ ਕੇ ਰਹੇਗਾ। ਚਿੰਤਾ ਕਰਨ ਦੀ ਲੋੜ ਨਹੀਂ। ਜਾਓ, ਲੈ ਜਾਓ। ਨੂੰਹ ਸੱਸ ਨੇ ਹਰਪਾਲ ਦੀ ਧੀ ਨੂੰ ਤਿਆਰ ਕੀਤਾ। ਨਵੇਂ ਲੀੜੇ ਦੁਆਲੇ ਪਵਾਏ। ਪਿਆਰ ਦੇ ਕੇ ਭਾਈ ਹਰਪਾਲ ਦੇ ਨਾਲ ਤੋਰਿਆ। ਭਾਈ ਹਰਪਾਲ ਆਪਣੀ ਬੇਟੀ ਨੂੰ ਨਾਲ ਲੈ ਕੇ ਤੋਤੇ ਵਾਲੇ ਕੋਲ ਆ ਗਿਆ। ਤੋਤੇ ਵਾਲੇ ਨੇ ਭਾਈ ਹਰਪਾਲ ਦੀ ਭੈਣ ਤੇ ਬੇਟੀ ਨੂੰ ਹਾਸਲ ਕਰਕੇ ਤੋਤੇ ਦਾ ਪਿੰਜਰਾ ਭਾਈ ਹਰਪਾਲ ਦੇ ਹੱਥ ਫੜਾ ਦਿੱਤਾ। ਭਾਈ ਹਰਪਾਲ ਪਿੰਜਰੇ ਨੂੰ ਚੁੱਕ ਕੇ ਜਿੱਧਰ ਸਤਿਗੁਰੂ ਗਏ ਸਨ ਉਧਰੇ ਚਲਾ ਗਿਆ। ਦੋ ਕੁੜੀਆਂ ਨੂੰ ਅੱਗੇ ਅੱਗੇ ਤੋਰੀ ਮੂਰਖ ਤੋਤੇ ਵਾਲਾ ਆਪਣੇ ਘਰ ਨੂੰ ਤੁਰ ਪਿਆ। ਉਸ ਵੇਲੇ ਧਰਤੀ ਹਿੱਲ ਪਈ। ਅਸਮਾਨ ਗਰਜਿਆ। ਧਰਤੀ ਤੇ ਅਸਮਾਨ ਮੂਰਖ ਤੋਤੇ ਵਾਲੇ ਦੀ
ਮੂਰਖਤਾ ਉੱਤੇ ਕ੍ਰੋਧਵਾਨ ਸਨ। ਉਹ ਮੂਰਖ ਘਰ ਜਾ ਪੁੱਜਾ ਤਾਂ ਉਸ ਦੀ ਇਸਤਰੀ ਨੇ ਓਪਰੀਆਂ ਕੁੜੀਆਂ ਨੂੰ ਦੇਖ ਕੇ ਬਹੁਤ ਹੈਰਾਨ ਹੋਈ। ਉਸਨੇ ਛੇਤੀ ਨਾਲ ਪੁੱਛਿਆ, ਇਹ ਕੌਣ ਹਨ? ਇਹਨਾਂ ਨੂੰ ਕਿਉਂ ਘਰ ਲਿਆਇਆ ਹੈ? ਤੋਤੇ ਵਾਲੇ ਨੇ ਹੱਸ ਕੇ ਅੱਗੋਂ ਉੱਤਰ ਦਿੱਤਾ, ਹੈਰਾਨ ਨਾ ਹੋ, ਇਹਨਾਂ ਨੂੰ ਮੈਂ ਤੋਤੇ ਤੋਂ ਵਟਾ ਕੇ ਲਿਆਇਆ ਹਾਂ। ਇਹ ਹੁਣ ਮੇਰੀਆਂ ਹਨ। ਇਸ ਦੇ ਪਿੱਛੋਂ ਉਸਨੇ ਆਪਣੀ ਇਸਤਰੀ ਨੂੰ ਸਾਰੀ ਵਾਰਤਾ ਆਖ ਸੁਣਾਈ। ਵਾਰਤਾ ਨੂੰ ਸੁਣ ਕੇ ਉਸ ਦੀ ਪਤਨੀ ਹੈਰਾਨ ਹੋ ਉੱਠੀ। ਉਹ ਕ੍ਰੋਧ ਨਾਲ ਲਾਲ ਪੀਲੀ ਹੋ ਕੇ ਆਪਣੇ ਮੂਰਖ ਪਤੀ ਨੂੰ ਸਮਝਾਉਣ ਲੱਗੀ, ਕਿਉਂ ਕੁੱਲ ਦਾ ਨਾਸ਼ ਕਰਨ ਲੱਗਾ ਹੈ? ਦੁਸ਼ਮਣਾ, ਪਾਪੀਆ। ਭਾਈ ਹਰਪਾਲ ਧਰਮੀ ਸਿੱਖ, ਉਸ ਦੀ ਆਤਮਾ ਭਾਵੇਂ ਸ਼ਰਾਪ ਨਾ ਦੇਵੇ, ਪਰ ਇਸ ਅਨਰਥ ਨੂੰ ਭਗਵਾਨ ਤਾਂ ਜ਼ਰੂਰ ਦੇਖਦਾ ਹੈ। ਉਹ ਸਜ਼ਾ ਦੇਵੇਗਾ। ਨਰਕਾਂ ਦਾ ਭਾਗੀ ਨਾ ਬਣ, ਅੰਨਾ ਤੇ ਕੋੜੀ ਬਣ ਜਾਵੇਗਾ। ਇਹ ਭਾਈ ਹਰਪਾਲ ਦੀ ਬੇਟੀ ਤੇ ਭੈਣ ਹੈ। ਇਹਨਾਂ ਵੱਲ ਮਾੜੀ ਨਿਗਾਹ ਨਾਲ ਨਾ ਤੱਕੀ, ਦਿਲ ਵਿੱਚ ਮੰਦਾ ਨਾ ਚਿਤਵੀ। ਸੱਚੇ ਪਾਤਸ਼ਾਹ ਕੋਲੋਂ ਡਰ। ਸਤਿਗੁਰੂ ਕ੍ਰੋਧਵਾਨ ਹੋ ਗਏ ਤਾਂ ਉਹ ਤੇਰਾ ਕੁੱਲ ਨਸ਼ਟ ਕਰ ਦੇਣਗੇ। ਚੱਲ ਛੇਤੀ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋ, ਆਪਣੀ ਭੁੱਲ ਨੂੰ ਬਖਸ਼ਾਉਣ ਦਾ ਯਤਨ ਕਰ। ਮੂਰਖ ਪਤੀ ਨੂੰ ਨੇਕ ਇਸਤਰੀ ਦੀਆਂ ਗੱਲਾਂ ਕੋੜੀਆਂ ਵੀ ਲੱਗੀਆਂ ਤੇ ਸੋਝੀ ਵੀ ਆਉਣ ਲੱਗੀ। ਸਤਿਗੁਰੂ ਨੇ ਭਾਣਾ ਵਰਤਾਉਣਾ ਸੀ, ਮੂਰਖ ਜੋ ਪਾਪੀ ਤਾਰਨਾ ਸੀ। ਬਹੁਤ ਸਾਰੀ ਬਹਿਸ ਤੇ ਲੜਾਈ ਪਿੱਛੋਂ ਉਹ ਮੰਨ ਗਿਆ। ਦੋਹਾਂ ਲੜਕੀਆਂ ਨੂੰ ਵਾਪਸ ਕਰਨ ਵਾਸਤੇ ਤਿਆਰ ਹੋ ਪਿਆ। ਉਸ ਦੀ ਇਸਤਰੀ ਨਾਲ ਤੁਰੀ, ਲੜਕਿਆਂ ਨੂੰ ਨਾਲ ਲਿਆ, ਪਤੀ ਨੂੰ ਅੱਗੇ ਲਾਇਆ। ਸਾਰੇ ਹੀ ਸੱਚੇ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਗਏ। ਮੂਰਖ ਤੋਤੇ ਵਾਲੇ ਦੀ ਇਸਤਰੀ ਨੇ ਸਾਰੀ ਗੱਲ ਸੱਚੋ ਸੱਚ ਆਖ ਸੁਣਾਈ। ਨਾਲ ਹੀ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਖੀਮਾ ਮੰਗੀ, ਗੁਰੂ ਜੀ, ਅਸਾਂ ਪਾਪੀਆਂ ਦੀ ਭੁੱਲਾਂ ਨੂੰ ਬਖਸ਼ਾਓ, ਮੇਰੇ ਪਤੀ ਨੂੰ ਖਿਮਾ ਕਰੋ। ਇਹ ਬੇਟੀਆਂ ਭਾਈ ਹਰਪਾਲ ਦੇ ਘਰ ਭੇਜੋ। ਅਸੀਂ ਤੋਤੇ ਦੀ ਕੀਮਤ ਨਹੀਂ ਮੰਗਦੇ, ਦਾਤਾ ਬਖਸ਼ੋ। ਇਹ ਸੁਣ ਕੇ ਦਇਆ ਦੇ ਸਾਗਰ ਸੱਚੇ ਪਾਤਸ਼ਾਹ ਬਹੁਤ ਹੈਰਾਨ ਹੋਏ ਅਤੇ ਬੋਲੇ, ਧੰਨ ਭਾਈ ਹਰਪਾਲ ਜੀ, ਧੰਨ ਭਾਈ ਹਰਪਾਲ। ਇੰਨੇ ਨੂੰ ਭਾਈ ਹਰਪਾਲ ਵੀ ਤੋਤੇ ਦਾ ਪਿੰਜਰਾ ਫੜੀ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ। ਉਹ ਸਤਿਗੁਰਾਂ ਨੂੰ ਬਾਗ ਵਿੱਚ ਲੱਭਦੇ ਰਹੇ, ਪਰ ਗੁਰੂ ਜੀ ਬਾਗ ਦੀ ਥਾਂ ਆਪਣੇ ਆਸਣ ਵੱਲ ਮੁੜ ਆਏ ਸਨ। ਭਾਈ ਹਰਪਾਲ ਬਾਗ ਵਿੱਚ ਲੱਭਦਾ ਰਿਹਾ, ਇਸੇ ਕਰਕੇ ਉਸ ਨੂੰ ਦੇਰ ਹੋ ਗਈ। ਆਪਣੀ ਭੈਣ ਅਤੇ ਪੁੱਤਰੀ ਨੂੰ ਸਤਿਗੁਰਾਂ ਦੇ ਹਜ਼ੂਰ ਬੈਠਿਆਂ ਦੇਖ ਕੇ ਬਹੁਤ ਹੈਰਾਨ ਹੋਇਆ। ਗੁਰੂ ਚਰਨਾਂ ਵਿੱਚ ਤੋਤੇ ਦਾ ਪਿੰਜਰਾ ਰੱਖ ਕੇ ਉਹ ਬੋਲਿਆ, ਹੇ ਪ੍ਰਭੂ, ਇਹ ਤੋਤਾ ਹੈ ਜਿਸ ਨੂੰ ਆਪ ਪਸੰਦ ਕਰਦੇ ਸੀ। ਖਿਮਾ ਕਰਨਾ, ਸੌਦਾ ਕਰਦਿਆਂ ਹੋਇਆਂ ਦੇਰ ਹੋ ਗਈ, ਨਹੀਂ ਤਾਂ ਪਹਿਲਾਂ ਪਹੁੰਚ ਜਾਣਾ ਸੀ। ਭਾਈ ਹਰਪਾਲ ਜੀ ਦਾ ਸਿਦਕ ਦੇਖ ਕੇ ਸਾਰੀ ਸੰਗਤ ਧੰਨ ਧੰਨ ਕਰ ਉੱਠੀ। ਮੂਰਖ ਤੋਤੇ ਵਾਲਾ ਵੀ ਗੁਰੂ ਦਾ ਸਿੱਖ ਬਣਿਆ। ਭਾਈ ਹਰਪਾਲ ਦੀ ਭੈਣ ਤੇ ਪੁੱਤਰੀ ਨੂੰ ਗੁਰੂ ਜੀ ਨੇ ਆਪਣੀ ਪੁੱਤਰੀਆਂ ਬਣਾ ਲਿਆ। ਯੋਗ ਵਰ ਲੱਭ ਕੇ ਗੁਰੂ ਜੀ ਨੇ ਆਪ ਉਹਨਾਂ ਦੇ ਵਿਆਹ ਕੀਤੇ। ਸਾਰੇ ਜੀਆਂ ਦਾ ਬੈਂਕੁੰਠ ਵਾਸ ਹੋਇਆ। ਸੋ ਸਾਧ ਸੰਗਤ ਜੀ, ਜੇਕਰ ਇਹ ਸਾਖੀ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ।